ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਤੇ ਵੱਡੀਆਂ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਗੁਰਨਾਮ ਸਿੰਘ ਚੜੂਨੀ ਦੇ। ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿਸਾਨ ਅੰਦੋਲਨ ਨੂੰ ਲੈ ਕੇ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ MSP ਤੇ ਕਾਨੂੰਨ ਬਣਦਾ ਹੈ ਤਾਂ ਉਸ ਤੋਂ ਬਾਅਦ ਸੋਧਾਂ ਤੇ ਵਿਚਾਰ ਸਾਡੇ ਵੱਲੋਂ ਕੀਤਾ ਜਾ ਸਕਦਾ ਹੈ। ਇਹ ਕਿਸ ਸੰਦਰਭ ਦੇ ਵਿੱਚ ਉਹਨਾਂ ਦਾ ਬਿਆਨ ਆਇਆ, ਇਸ ਤੇ ਗੱਲਬਾਤ ਕਰਾਂਗੇ। ਦੂਜੇ ਨੰਬਰ ਤੇ ਗੱਲਬਾਤ ਕਰਾਂਗੇ ਕਿ ਕੱਲ ਜਿਹੜੀ ਮਹਾਪੰਚਾਇਤ ਹੋਈ ਹੈ ਉਹਦੇ ਵਿੱਚ ਜਿਹੜਾ ਰਾਜੇਵਾਲ ਸਾਹਿਬ ਦਾ ਭਾਸ਼ਣ ਸੀਗਾ ਉਹਦੇ ਵਿੱਚੋਂ ਕੀ ਕੁਝ ਗੱਲਾਂ ਨਿਕਲ ਕੇ ਬਾਹਰ ਆਉਂਦੀਆਂ ਨੇ ਤੇ ਕੀ ਕੁਝ ਉਹ ਗੱਲਾਂ ਮਾਇਨੇ ਰੱਖਦੀਆਂ ਗੀ। ਤੀਜੇ ਨੰਬਰ ਤੇ ਗੱਲਬਾਤ ਕਰਾਂਗੇ ਕਿ ਹੁਣ ਲੱਗ ਇਹ ਰਿਹਾ ਹੈ ਕਿ ਭਾਜਪਾ RSS ਅਤੇ ਭਾਜਪਾ ਦੇ ਵਿੱਚ ਜਿਹੜੀ ਹੋਰ ਪੁਰਾਣੀ ਧੜੇਬੰਦੀ ਹੈ ਜਾਂ ਫਿਰ ਮੋਦੀ ਤੋਂ ਜੂਨੀਅਰ ਧੜੇਬੰਦੀ ਹੈ ਉਹ ਹੁਣ ਸਾਰਿਆਂ ਨੇ ਰਲ ਕੇ ਮੋਦੀ ਅਤੇ ਅਮਿਤ ਸ਼ਾਹ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਤਾਂ ਰਾਜਨਾਥ ਸਿੰਘ ਵੀ ਜਿਹੜੇ ਹੈਗੇ ਆ ਉਹ ਇਸੇ ਤਾਕ ਦੇ ਵਿੱਚ ਨੇ। ਤਾਂ ਇਹ ਗੱਲਾਂ ਹੁਣ ਉੱਡਣੀਆਂ ਸ਼ੁਰੂ ਹੋ ਗਈਆਂ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਨਾਥ ਵੀ ਪ੍ਰਧਾਨ ਮੰਤਰੀ ਬਣ ਜਾਣ ਜੇਕਰ ਅਜਿਹੇ ਹਾਲਾਤ ਰਹੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਰਾਘਵ ਚੱਡਾ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਾਇਕ ਇੰਚਾਰਜ ਜਿਹੜੇ ਲਗਾਏ ਗਏ ਆ ਉਹਨਾਂ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਕੌਣ ਹੋਵੇਗਾ ਪੰਜਾਬ ਦਾ ਅਗਲੇ CM ਦਾ ਚਿਹਰਾ ਆਮ ਆਦਮੀ ਪਾਰਟੀ ਦੇ ਵੱਲੋਂ। ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੌਜੂਦ ਨੇ ਮੇਰੇ ਨਾਲ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ, ਮਿਹਰਬਾਨੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਕਰੀਏ, ਜਿਹੜਾ ਇਸ ਵਕਤ ਦੀ ਵੱਡੀ ਖਬਰ ਹੈ ਕਿ ਗੁਰਨਾਮ ਜਿਹੜਾ ਚੜੂਨੀ ਦਾ ਬਿਆਨ ਆਇਆ ਗੁਰਨਾਮ ਚੜੂਨੀ ਦਾ ਕਿ ਜਿਹੜਾ ਜੇਕਰ MSP ਬਣ ਜਾਂਦੀ ਹੈ ਤਾਂ ਸੋਧਾਂ ਤੇ ਵਿਚਾਰ ਹੋ ਸਕਦਾ ਹੈ। ਇੱਕ ਪਾਸੇ ਲਗਾਤਾਰ ਲੋਕਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਕੋਈ ਵੀ ਸੋਧ ਮਨਜ਼ੂਰ ਨਹੀਂ ਹੈ, ਕੋਈ ਵੀ ਦੂਜੀ ਗੱਲ ਮਨਜ਼ੂਰ ਨਹੀਂ ਹੈ, ਸਿਰਫ ਔਰ ਸਿਰਫ ਰੱਦ। ਤਾਂ ਹੁਣ ਗੁਰਨਾਮ ਚੜੂਨੀ ਦਾ ਇਹ ਬਿਆਨ ਕਿਸ ਸੰਦਰਭ ਦੇ ਵਿੱਚ ਹੋ ਸਕਦਾ ਹੈ? ਦੇਖੋ, ਗੁਰਨਾਮ ਚੜੂਨੀ ਜੀ ਇਸ ਸਾਰੇ ਕਿਸਾਨ ਸੰਘਰਸ਼ ਦੇ ਬਹੁਤ ਵੱਡੇ ਲੀਡਰ ਨੇ ਕਿਸਾਨਾਂ ਦੇ। ਸੋ ਇਸ ਕਰਕੇ ਜਿਹੜਾ ਵੀ ਉਹਨਾਂ ਨੇ ਬਿਆਨ ਦਿੱਤਾ ਬੜਾ ਸੋਚ ਸਮਝ ਕੇ ਦਿੱਤਾ ਹੈ। ਇਹਦੇ ਬਾਰੇ ਜ਼ਰੂਰ ਉਹਨਾਂ ਨੇ ਕੁਝ ਸੋਚਿਆ ਹੋਵੇਗਾ ਜਾਂ ਵੱਖ-ਵੱਖ ਜਥੇਬੰਦੀਆਂ ਨਾਲ ਗੱਲ ਕੀਤੀ ਹੋਵੇਗੀ। ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਉਹ MSP ਬਾਰੇ ਬੜੀ ਦੇਰ ਤੋਂ ਲਟਕ ਰਿਹਾ ਸੀਗਾ ਔਰ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਸੀਗੀ ਕਿ ਇਹਦੇ ਬਾਰੇ ਕਾਨੂੰਨ ਬਣਨਾ ਚਾਹੀਦਾ ਹੈ। ਇਹ ਤਾਂ ਕਹੀ ਜਾ ਰਹੀ ਸੀ ਸਰਕਾਰ ਕਿ ਅਸੀਂ ਕਾਨੂੰਨ ਜਿਹੜਾ ਹੈਗਾ MSP ਪਹਿਲਾਂ ਦੇ ਰਹੇ ਸੀ, ਹੁਣ ਵੀ ਜਾਰੀ ਹੈ, ਅੱਗੇ ਤੋਂ ਵੀ ਜਾਰੀ ਰਹੇਗੀ, ਪਰ ਉਹ ਕਾਨੂੰਨ ਬਣਾਉਣ ਦੇ ਪੱਖ ਵਿੱਚ ਨਹੀਂ ਸੀਗੀ। ਮੈਨੂੰ ਲੱਗਦਾ ਕਿ ਇੱਕ ਵੱਡੀ ਮੰਗ ਜਿਹੜੀ ਹੈਗੀ ਹੈ ਕਿਸਾਨਾਂ ਦੀ ਉਹ ਇਹੀ ਹੈ ਕਿ MSP ਜਿਹੜੀ ਹੈਗੀ ਆ ਉਹ ਦਿੱਤੀ ਜਾਵੇ। ਔਰ ਮੈਨੂੰ ਲੱਗਦਾ ਕਿ ਇਹ ਜੇ ਪੂਰੇ ਹਿੰਦੁਸਤਾਨ ਦੇ ਉੱਤੇ ਲਾਗੂ ਹੋਵੇ ਤਾਂ ਹੀ ਇਹ ਬਹੁਤ ਅੱਛੀ ਗੱਲ ਹੋਏਗੀ, ਕਿਉਂਕਿ ਹੁਣ ਬਾਕੀ ਸਟੇਟਾਂ ਦਾ ਜਿਹੜਾ ਕਿਸਾਨ ਹੈ ਉਹ ਵੀ MSP ਮੰਗੇਗਾ। ਸੋ ਇਹਨੂੰ ਹੁਣ ਸਿਰਫ 6% ਜਿਹੜੇ ਆ ਸਰਕਾਰ ਕਹਿ ਰਹੀ ਹੈ ਕਿ ਅੱਜ ਹੁਣ MSP ਮਿਲਦੀ ਹੈ, ਇਹਨੂੰ 6% ਦੀ ਬਜਾਏ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਕਿਸਾਨਾਂ ਨੂੰ MSP ਮਿਲਣੀ ਚਾਹੀਦੀ ਹੈ। ਜੇ ਕਾਨੂੰਨ ਬਣਦਾ ਹੈ ਤਾਂ ਲਾਜ਼ਮੀ ਤੌਰ 'ਤੇ ਕਿਸਾਨਾਂ ਦਾ ਫਾਇਦਾ ਹੁੰਦਾ ਹੈ। ਸੋ ਦੂਜੀ ਗੱਲ ਜਿਹੜੀ ਉਹਨਾਂ ਨੇ ਨਾਲ ਹੀ ਕਹੀ ਹੈ ਕਿ ਬਾਕੀ ਜਿਹੜੀਆਂ ਸੋਧਾਂ ਨੇ ਉਹ ਸੋਧਾਂ ਮੈਨੂੰ ਲੱਗਦਾ ਕਿ ਆਲਰੇਡੀ ਜਿਹੜੀਆਂ ਨੇ ਸਾਡੇ ਖੇਤੀ ਮੰਤਰੀ ਜਿਹੜੇ ਨੇ ਉਹ ਇਹ ਗੱਲ ਕਹਿ ਚੁੱਕੇ ਨੇ ਕਿਉਂਕਿ ਬਹੁਤ ਸਾਰੀਆਂ ਸੋਧਾਂ ਉਹਦੇ ਵਿੱਚ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਤਰਮੀਮਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸੋ ਇਸ ਕਰਕੇ ਇਹ ਅਲਟੀਮੇਟਲੀ ਜਿਹੜਾ ਅਖੀਰ ਨੂੰ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਉਹੀ ਜਦੋਂ ਮੀਟਿੰਗ ਕਰਨਗੀਆਂ ਉਦੋਂ ਹੀ ਗੱਲ ਸਾਹਮਣੇ ਆਏਗੀ। ਪਰ ਫਿਲਹਾਲ ਜਿਵੇਂ ਉਹਨਾਂ ਨੇ ਇੱਕ ਪੱਤਾ ਸੁੱਟਿਆ ਹੈ, ਗੇਂਦ ਕੇਂਦਰ ਦੀ ਸਰਕਾਰ ਵੱਲ ਸੁੱਟੀ ਹੈ, ਤਾਂ ਇਹ ਇੱਕ ਵਧੀਆ ਮੈਨੂੰ ਲੱਗਦਾ ਕਿ ਵਧੀਆ ਬਿਆਨ ਹੈ। ਜੇ MSP ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਹੁੰਦੀ ਹੈ ਔਰ ਇਹਦਾ ਕਾਨੂੰਨ ਬਣਦਾ ਹੈ ਤਾਂ ਇਹਦਾ ਲਾਭ ਜਿਹੜਾ ਹੈਗਾ ਕਿਸਾਨਾਂ ਨੂੰ ਹੋਏਗਾ। ਬਿਲਕੁਲ ਲਾਭ ਹੋਏਗਾ ਔਰ ਮੰਗ ਵੀ ਇਹੀ ਹੈ ਲਗਾਤਾਰ ਤੋਂ ਕਿ MSP ਕਾਨੂੰਨੀ ਰੂਪ ਦਿੱਤਾ ਜਾਵੇ। ਪਰ ਗੱਲ ਇਹ ਹੈ, ਸਵਾਲ ਇਸ ਲਈ ਮੈਂ ਤੁਹਾਨੂੰ ਪੁੱਛਿਆ, ਇਸ ਲਈ ਪੁੱਛਣਾ ਲਾਜ਼ਮੀ ਵੀ ਹੈ ਕਿਉਂਕਿ ਲਗਾਤਾਰ ਲੋਕ ਤੇ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਇਹੀ ਗੱਲ ਕਹਿ ਰਹੀਆਂ ਨੇ ਕਿ ਸਾਨੂੰ ਸਿਰਫ ਕਾਨੂੰਨ ਰੱਦ ਚਾਹੀਦੀ ਹੈ, ਸਾਨੂੰ ਸੋਧਾਂ ਮਨਜ਼ੂਰ ਨਹੀਂ, ਸਾਨੂੰ ਦੂਜਾ ਬਦਲ ਕੋਈ ਵੀ ਮਨਜ਼ੂਰ ਨਹੀਂ ਹੈ, ਸਾਨੂੰ ਸਿਰਫ ਸੋਧਾਂ ਚਾਹੀਦੀਆਂ ਨੇ, ਮਾਫ ਕਰਨਾ, ਸਾਨੂੰ ਸਿਰਫ ਕਾਨੂੰਨ ਰੱਦ ਚਾਹੀਦੇ ਨੇ। ਤਾਂ ਫਿਰ ਸੋਧਾਂ ਵਾਲੀ ਗੱਲ ਤੇ ਵਿਚਾਰ ਕਿਸ ਤਰੀਕੇ ਦੇ ਨਾਲ ਕਰਨ ਬਾਰੇ ਚੜੂਨੀ ਸਾਹਿਬ ਕਹਿ ਰਹੇ ਨੇ? ਦੇਖੋ, ਮੈਨੂੰ ਜੋ ਚੜੂਨੀ ਸਾਹਿਬ ਦੇ ਬਿਆਨ ਤੋਂ ਇਹ ਲੱਗ ਰਿਹਾ ਵੀ ਕਿਉਂਕਿ ਆਲਰੇਡੀ ਜਿਹੜੇ ਨੇ ਸਾਡੇ ਖੇਤੀ ਮੰਤਰੀ ਕੇਂਦਰ ਦੇ ਉਹ ਇਹ ਮੰਨ ਚੁੱਕੇ ਨੇ ਕਿ ਇਹ ਕਾਨੂੰਨ ਗਲਤ ਨੇ, ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਸੋਧਾਂ ਜਦੋਂ ਹੋਣਗੀਆਂ ਤਾਂ ਮੈਨੂੰ ਲੱਗਦਾ ਕਾਨੂੰਨ ਲਗਭਗ ਰੱਦ ਹੀ ਹੋਣਗੇ। ਜਦੋਂ ਤੁਸੀਂ ਇੱਕ ਚੀਜ਼ ਨੂੰ ਬਿਲਕੁਲ ਸਾਰਾ ਕੁਝ ਹੀ ਉਹਦਾ ਬਦਲ ਦਿੱਤਾ ਜਾਂਦਾ ਹੈ ਤਾਂ ਲਾਜ਼ਮੀ ਤੌਰ 'ਤੇ ਉਹ ਜਿਹੜਾ ਕਾਨੂੰਨ ਉਹ ਕਾਨੂੰਨ ਨਹੀਂ ਰਹੇਗਾ, ਇਹਦਾ ਮਤਲਬ ਲਗਭਗ ਰੱਦ ਹੋਇਆ ਵਰਗਾ ਹੀ ਹੈ। ਸੋ ਇਸ ਕਰਕੇ ਜੇ ਇੱਕ ਇੱਦਾਂ ਦੀ ਫਲੈਕਸੀਬਿਲਿਟੀ ਜੇ ਕਿਸਾਨ ਲੈ ਕੇ ਆ ਰਹੇ ਨੇ ਤਾਂ
ਲੱਗਦਾ ਹੈ ਕਿ ਇਹਦੇ ਨਾਲ ਕਿਸਾਨਾਂ ਦੀ ਜਿਹੜੀ ਗੱਲਬਾਤ ਹੈ ਖੇਤੀ ਮੰਤਰੀ ਨਾਲ ਜਾਂ ਕੇਂਦਰ ਦੇ ਨਾਲ, ਉਹਦੇ ਵਿੱਚੋਂ ਹੀ ਗੱਲਾਂ ਅੱਗੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਇੱਕ ਫਲੈਕਸੀਬਿਲਟੀ ਹੁੰਦੀ ਹੈ ਜਦੋਂ ਸੰਵਾਦ ਹੁੰਦਾ, ਡਾਇਲੌਗ ਹੁੰਦਾ, ਤਾਂ ਲਾਜ਼ਮੀ ਤੌਰ ਤੇ ਦੋਵੇਂ ਧਿਰਾਂ ਜਿਹੜੀਆਂ ਨੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੀਆਂ ਨੇ। ਸੋ ਅਖੀਰ ਨੂੰ ਤਾਂ ਫੈਸਲਾ ਮੈਨੂੰ ਲੱਗਦਾ ਹੈ ਕਿ ਵੱਖ-ਵੱਖ ਜਥੇਬੰਦੀਆਂ ਨਾਲ ਬਹਿ ਕੇ ਹੀ ਹੋਏਗਾ ਕਿ ਕਾਨੂੰਨ ਰੱਦ ਕਰਾਉਣ ਦੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਰੱਦ ਕਰਾਉਣੇ ਚਾਹੀਦੇ ਨੇ ਜਾਂ ਉਹਨਾਂ ਨਾਲ ਸੋਧਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਸੋਧਾਂ ਕਰਕੇ ਕਾਫੀ ਉਹਨਾਂ ਦਾ ਮਤਲਬ ਸਮਝੌਤਾ ਹੋ ਜਾਏਗਾ। ਇਹ ਗੱਲ ਵੱਖ-ਵੱਖ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੇ ਉਹ ਹੀ ਬੈਠ ਕੇ ਉਹਨੂੰ ਸਾਂਝਾ ਕਰ ਸਕਦੇ ਨੇ, ਉਹਦੇ ਰਾਹੀਂ ਹੀ ਇਹ ਗੱਲ ਹੋ ਸਕਦੀ ਹੈ। ਫਿਲਹਾਲ ਚੜੂਨੀ ਸਾਹਿਬ ਦਾ ਬਿਆਨ ਹੈ, ਉਹਨਾਂ ਦੀ ਆਪਣੀ ਸੋਚ ਹੈ। ਸੋ ਇਸ ਕਰਕੇ ਉਹਨਾਂ ਦੀ ਸੋਚ ਜਿਹੜੀ ਹੈਗੀ ਹੈ, ਕਿਉਂਕਿ ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਹਰ ਜਥੇਬੰਦੀ ਨੂੰ ਆਪਣੀ ਸੋਚ ਰੱਖਣ ਦਾ, ਹਰ ਲੀਡਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ। ਸੋ ਜੇ ਉਹਨਾਂ ਨੇ ਵਿਚਾਰ ਰੱਖਿਆ, ਕੋਈ ਇਹਦੇ 'ਚ ਕਿਸਾਨ ਵਿਰੋਧੀ ਗੱਲ ਨਹੀਂ ਹੈ, ਸਗੋਂ ਕਿਸਾਨਾਂ ਦੇ ਪੱਖ ਵਿੱਚ ਹੀ ਗੱਲ ਕੀਤੀ ਹੈ। ਉਹਦਾ ਇੰਡੀਵਿਜੂਅਲ ਉਹਨਾਂ ਦਾ ਇੱਕ ਪਰਸਨਲ ਵਿਚਾਰ ਹੈ ਜੋ ਕਿ ਇੱਕ ਚੰਗੀ ਗੱਲ ਹੈ, ਮੈਂ ਇਹਨੂੰ ਕੋਈ ਬੁਰਾ ਨਹੀਂ ਮੰਨਦਾ। ਕੱਲ੍ਹ ਜਗਰਾਉਂ ਦੇ ਵਿੱਚ ਕਿਸਾਨਾਂ ਦੀ ਪਹਿਲੀ ਮਹਾਪੰਚਾਇਤ ਹੋਈ ਹੈ, ਉਹਦੇ ਵਿੱਚ ਬਹੁਤ ਭਾਰੀ ਇਕੱਠ ਵੀ ਹੋਇਆ। ਜਿਹੜੇ ਲੋਕ ਕਹਿੰਦੇ ਸੀਗੇ ਕਿ ਹੁਣ ਲੋਕ ਜਿਹੜੇ ਹੈਗੇ ਆ ਕਿਸਾਨ ਲੀਡਰਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਦੇ ਕੱਲ੍ਹ ਭਰਮ ਭੁਲੇਖੇ ਨਿਕਲ ਗਏ, ਵੱਡੇ ਇਕੱਠ ਹੋਏ ਨੇ। ਤਾਂ ਉੱਥੇ ਜਿਹੜੀ ਤਕਰੀਰ ਸੀ ਖਾਸ ਕਰਕੇ ਬਹੁਤ ਜ਼ਿਆਦਾ ਭਾਵੁਕ ਵੀ ਸੀ, ਬਹੁਤ ਜ਼ਿਆਦਾ ਸਖਤ ਵੀ ਸੀਗੀ ਰਾਜੇਵਾਲ ਹੋਣਾ ਦੀ ਤਕਰੀਰ ਉੱਥੇ। ਤਾਂ ਦੂਜੇ ਪਾਸੇ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆਈਆਂ, ਜਗਰਾਉਂ ਦੇ ਐਸਐਸਪੀ ਇਹ ਗੱਲ ਕਹਿ ਰਹੇ ਸੀ ਕਿ ਮੈਂ ਇਹ ਸਾਂਝਾ ਨਹੀਂ ਕਰ ਸਕਦਾ ਕਿ ਸਾਨੂੰ ਇਨਪੁਟ ਕਿੱਥੋਂ ਮਿਲੀ ਹੈ, ਪਰ ਹਾਂ ਸਾਡੇ ਮੁਤਾਬਕ ਰਾਜੇਵਾਲ ਸਾਹਿਬ ਨੂੰ ਧਮਕੀ ਮਿਲੀ ਹੈ। ਦੇਖੋ, ਜਦੋਂ ਇੱਦਾਂ ਦੇ ਅੰਦੋਲਨ ਚੱਲਦੇ ਨੇ ਤਾਂ ਜਦੋਂ ਅੰਦੋਲਨ ਡਿਵੈਲਪ ਕਰਦੇ ਆ ਤਾਂ ਇਹ ਧਮਕੀਆਂ ਮਿਲਣਾ ਜਾਂ ਮਾੜੀ ਮੋਟੀ ਕਿਸੇ ਨੂੰ ਜਿਹੜੀ ਹੈਗੀ ਆ ਕੋਈ ਕੁੱਟਮਾਰ ਹੋ ਜਾਣੀ, ਕਿਤੇ ਜਿਹੜੀ ਹੈਗੀ ਆ ਝੜਪ ਹੋ ਜਾਣੀ, ਇਹ ਇੱਕ ਨੋਰਮਲ ਗੱਲਾਂ ਹੁੰਦੀਆਂ ਨੇ। ਸੋ ਇਸ ਕਰਕੇ ਕਿਉਂਕਿ ਹੁਣ ਜਿਵੇਂ ਤੁਸੀਂ ਕਿਹਾ ਕਿ ਰਾਜੇਵਾਲ ਸਾਹਿਬ ਇੱਕ ਨੈਸ਼ਨਲ ਲੈਵਲ ਦੇ ਲੀਡਰ ਦੇ ਤੌਰ ਤੇ ਚਿਹਰਾ ਜਿਹੜਾ ਹੈਗਾ ਉਹ ਉੱਭਰ ਕੇ ਸਾਹਮਣੇ ਆਏ ਨੇ, ਤਾਂ ਲਾਜ਼ਮੀ ਤੌਰ ਤੇ ਜਿਹੜੇ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਮੰਨਦੇ ਜਾਂ ਜਿਹੜੇ ਉਹਨਾਂ ਦੇ ਵਿਰੋਧੀ ਵਿਚਾਰਾਂ ਵਾਲੇ ਨੇ, ਉਹ ਹੋ ਸਕਦਾ ਕੋਈ ਉਹਨਾਂ ਨੂੰ ਇੱਦਾਂ ਦਾ ਕਮੈਂਟ ਕੀਤਾ ਹੋਵੇ ਜਾਂ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇੱਦਾਂ ਦੇ ਜਿਹੜੇ ਐਲੀਮੈਂਟਸ ਹੁੰਦੇ ਆ ਉਹਨਾਂ ਨੂੰ ਇੱਦਾਂ ਦੇ ਇਕੱਠਾਂ ਦੇ ਵਿੱਚ ਕੋਈ ਮੌਕਾ ਨਹੀਂ ਮਿਲਣਾ ਚਾਹੀਦਾ ਇੱਦਾਂ ਦੀ ਕੋਈ ਕਾਰਵਾਈ ਕਰਨ ਦਾ। ਸੋ ਜੇ ਕੋਈ ਐਸਐਸਪੀ ਸਾਹਿਬ ਇਹ ਗੱਲਾਂ ਕਰ ਰਹੇ ਨੇ ਤਾਂ ਕੋਈ ਨਾ ਕੋਈ ਉਹਨਾਂ ਨੂੰ ਜਿਹੜੀ ਹੈਗੀ ਆ ਵੱਖ-ਵੱਖ ਏਜੰਸੀਆਂ ਤੋਂ, CID ਤੋਂ ਕੋਈ ਨਾ ਕੋਈ ਰਿਪੋਰਟ ਮਿਲੀ ਹੋਏਗੀ। ਸੋ ਇਹ ਇੱਕ ਨੋਰਮਲ ਗੱਲ ਹੈ, ਪਰ ਮੈਨੂੰ ਲੱਗਦਾ ਕਿ ਸਾਡੀਆਂ ਏਜੰਸੀਆਂ ਨੂੰ, ਚਾਹੇ IB ਹੈ ਜਾਂ ਹੋਰ ਜਿਹੜੀਆਂ ਏਜੰਸੀਆਂ ਨੇ ਪੰਜਾਬ ਦੀਆਂ ਜਾਂ ਨੈਸ਼ਨਲ ਲੈਵਲ ਦੀਆਂ, ਉਹਨਾਂ ਨੂੰ ਇਸ ਵੇਲੇ ਬਹੁਤ ਸਤਰਕ ਹੋਣ ਦੀ ਲੋੜ ਹੈ। ਇਹ ਚੰਗੀ ਗੱਲ ਹੈ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬਹੁਤ ਸਤਰਕ ਹੋ ਕੇ, ਬਹੁਤ ਚਤੰਨ ਹੋ ਕੇ ਇਹਨਾਂ ਲੀਡਰਾਂ ਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਮਤਲਬ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਚੰਗੀ ਗੱਲ ਹੈ। ਹੁਣ ਜੇਕਰ ਗੱਲਬਾਤ ਕਰੀਏ ਆਪਾਂ ਪ੍ਰਧਾਨ ਮੰਤਰੀ ਸਾਹਿਬ ਦੀ ਆਪਣੀ ਪਾਰਟੀ ਦੀ ਜਾਂ ਉਹਨਾਂ ਦੀ ਜਿਹੜੀ ਸ਼ਾਖਾ ਇੱਕ ਹੈਗੀ ਆ RSS, ਤਾਂ ਹੁਣ ਸਵਾਲ ਉੱਠਣੇ ਲਾਜ਼ਮੀ ਹੋ ਗਏ ਨੇ ਉਹਨਾਂ ਦੇ ਉੱਪਰ ਪ੍ਰਧਾਨ ਮੰਤਰੀ, ਕਿਉਂਕਿ ਆਪਣੇ ਵੀ ਲੋਕ ਉਹਨਾਂ ਤੇ ਸਵਾਲ ਚੱਕਣ ਲੱਗੇ ਨੇ। ਤਾਂ ਦੂਜੇ ਪਾਸੇ ਲਗਾਤਾਰ ਜਿਹੜੇ ਰੱਖਿਆ ਮੰਤਰੀ ਹੈਗੇ ਆ ਭਾਰਤ ਦੇ, ਰਾਜਨਾਥ ਸਿੰਘ, ਜੋ ਕਿ ਮੋਦੀ ਦੇ ਹੀ ਨਾਲ ਦੇ ਮੈਂਬਰ ਨੇ, ਤਾਂ ਉਹ ਲਗਾਤਾਰ ਬਿਆਨ ਜਿਹੜਾ ਦਿੰਦੇ ਨੇ, ਜਾਂ ਤਾਂ ਉਹ ਬੋਲਦੇ ਨਹੀਂ ਤੇ ਜਾਂ ਫਿਰ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਨੇ। ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਕੁਝ RSS ਦੇ ਲੀਡਰ ਵੀ ਜਿਹੜੇ ਵਿਰੋਧ ਦੇ ਵਿੱਚ ਆਏ ਸੀ, ਤਾਂ ਹੁਣ ਜਿਹੜੇ ਕਿਸਾਨਾਂ ਦੇ ਪੱਖ ਦੇ ਵਿੱਚ ਲਗਾਤਾਰ ਰਾਜਨਾਥ ਸਿੰਘ ਵੀ ਬੋਲਦੇ ਨੇ। ਹੁਣ ਗੱਲਾਂ ਤਾਂ ਇਹ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਨੇ, ਕਹਿੰਦੇ ਕਿ ਮੋਦੀ ਦਾ ਬਹੁਤ ਜ਼ਿਆਦਾ ਵਿਰੋਧ ਵੱਧ ਗਿਆ ਪਾਰਟੀ ਦੇ ਅੰਦਰ ਵੀ, RSS ਦੇ ਅੰਦਰ ਵੀ ਤੇ ਲੋਕਾਂ ਦੇ ਅੰਦਰ ਵੀ। ਤਾਂ ਹੁਣ ਬਾਕੀ ਲੀਡਰ ਜਿਹੜੇ ਹੈਗੇ ਇਸ ਤਾਕ ਦੇ ਵਿੱਚ ਬਹਿ ਗਏ ਨੇ ਕਿ ਹੋ ਸਕਦਾ ਕਿ ਮੋਦੀ ਦੀ ਜੇਕਰ ਕੁਰਸੀ ਹਿਲਦੀ ਹੈ ਤਾਂ ਅਸੀਂ ਉੱਥੇ ਦਬਦਬਾ ਭੱਜ ਕੇ ਬਹਿ ਜਾਈਏ। ਜੀ, ਤੁਸੀਂ ਦੇਖੋਗੇ ਕਿ ਜਦੋਂ ਤੋਂ ਮੋਦੀ ਸਾਹਿਬ ਇਸ ਮੁਲਕ ਦੇ ਪ੍ਰਧਾਨ ਮੰਤਰੀ ਬਣੇ ਨੇ, ਉਦੋਂ ਤੋਂ ਹੀ ਜਿਹੜਾ ਇੱਕ ਇਹਨਾਂ ਦਾ ਪੁਰਾਣਾ ਧੜਾ ਹੈ, ਜਿਹਨੂੰ ਮੈਂ ਅਡਵਾਨੀ ਧੜਾ ਕਹਿਣਾ, ਉਹਦੇ ਵਿੱਚ ਵੀ ਰਾਜਨਾਥ ਸਿੰਘ ਜੀ ਜਿਹੜੇ ਨੇ ਉਹ ਵੀ ਸ਼ਾਮਲ ਨੇ। ਹੋਰ ਵੀ ਬੜੇ ਲੀਡਰ ਨੇ, ਇਹਨਾਂ ਤੋਂ ਪਹਿਲਾਂ ਸ਼ਤਰੂਘਨ ਸਿਨਹਾ ਉਹ ਛੱਡ ਕੇ ਚਲੇ ਗਏ। ਹੋਰ ਬੜੇ ਵੱਡੇ ਲੀਡਰ ਸੀਗੇ ਜਿਹੜੇ ਕਿ ਅਡਵਾਨੀ ਜੀ ਦੇ ਨੇੜੇ ਦੇ ਬੰਦੇ ਮੰਨੇ ਜਾਂਦੇ ਸੀਗੇ। ਜਦੋਂ ਤੋਂ ਇੱਕ ਵੱਖਰਾ ਧੜਾ ਮੋਦੀ ਤੇ ਸ਼ਾਹ ਇਹਨਾਂ ਦਾ ਜਿਹੜਾ ਹੈਗਾ ਧੜਾ ਸਾਹਮਣੇ ਆਇਆ, ਉਦੋਂ ਤੋਂ ਲੈ ਕੇ ਉਸ ਅਡਵਾਨੀ ਧੜੇ ਦੇ ਵਿੱਚ ਇੱਕ ਨਿਰਾਸ਼ਾ ਦਾ ਆਲਮ ਜਿਹੜਾ ਸੀਗਾ ਉਹ ਦੇਖਣ ਨੂੰ ਮਿਲਦਾ ਸੀਗਾ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਰਾਜਨਾਥ ਸਿੰਘ
ਬੇਸ਼ੱਕ ਉਹਨਾਂ ਨੂੰ ਬਹੁਤ ਵੱਡੀ ਇੱਕ ਅਹੁਦੇਦਾਰੀ ਦਿੱਤੀ ਗਈ ਹੈ, ਪਰ ਕਿਉਂਕਿ ਇਸ ਵੇਲੇ ਕਿਸਾਨੀ ਦਾ ਅੰਦੋਲਨ ਚੱਲ ਰਿਹਾ ਹੈ ਔਰ ਰਾਜਨਾਥ ਸਿੰਘ ਨੂੰ ਇੱਕ ਕਿਸਾਨ ਹੋਣ ਦੇ ਨਾਤੇ ਔਰ ਇੱਕ ਚੰਗਾ ਲੀਡਰ ਹੋਣ ਦੇ ਨਾਤੇ ਔਰ ਖ਼ਾਸ ਤੌਰ ਤੇ ਕਿਸਾਨਾਂ ਦਾ ਹਮਦਰਦ ਹੋਣ ਦੇ ਨਾਤੇ ਇੱਕ ਪੇਸ਼ ਕੀਤਾ ਜਾ ਰਿਹਾ ਹੈ। ਸੋ ਉਹਦੇ ਵਿੱਚੋਂ ਕਿਸਾਨਾਂ ਦੇ ਪ੍ਰਤੀ ਤੁਸੀਂ ਦੇਖੋਗੇ ਕਿ ਉਹਨਾਂ ਦੀ ਜਿਹੜੀ ਜਿੰਨੇ ਵੀ ਬਿਆਨ ਆ ਰਹੇ ਨੇ ਉਹ ਕਿਸਾਨਾਂ ਦੇ ਜਾਂ ਤਾਂ ਪੱਖ 'ਚ ਨੇ ਜਾਂ ਇਹਨਾਂ ਕਾਨੂੰਨਾਂ ਨੂੰ ਉਹ ਚਾਹੁੰਦੇ ਨੇ ਕਿ ਇਹ ਕਾਨੂੰਨ ਜਿਹੜੇ ਨੇ ਉਹ ਵਾਪਸ ਹੋਣੇ ਚਾਹੀਦੇ ਨੇ। ਉਹਨਾਂ ਤਾਂ ਇੱਥੋਂ ਤੱਕ ਵੀ ਕਿਹਾ ਸੀਗਾ ਕਿ ਇਹਨੂੰ ਆਪਾਂ ਫਿਲਹਾਲ ਵਾਪਸ ਕਰ ਲੈਂਦੇ ਹਾਂ ਜਾਂ ਇਹਨਾਂ ਨੂੰ ਕੁਝ ਦਿਨ ਲਈ ਜਾਂ ਚਲਾ ਕੇ ਰੱਖੋ। ਯਾਨੀ ਕਿ ਉਹਨਾਂ ਦਾ ਮਤਲਬ ਇਹੀ ਹੈ ਕਿ ਮੈਂ ਕਿਸਾਨਾਂ ਦੇ ਨਾਲ ਹਾਂ, ਮੈਨੂੰ ਤੁਸੀਂ ਮੋਦੀ ਸਾਹਿਬ ਦੇ ਪੈਰਲਲ ਰੱਖ ਕੇ ਨਾ ਦੇਖੋ। ਸੋ ਇਸ ਕਰਕੇ ਉਹ ਚੁੱਪ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ। ਜਦੋਂ ਵੀ ਉਹਨਾਂ ਦਾ ਕੋਈ ਬਿਆਨ ਆਉਂਦਾ ਹੈ ਇੱਥੋਂ ਸਾਨੂੰ ਇਹੀ ਪਤਾ ਲੱਗਦਾ ਹੈ ਕਿ ਬੀਜੇਪੀ ਦੇ ਵਿੱਚ ਜਿਹੜਾ ਹੈਗਾ ਕਈ ਤਰ੍ਹਾਂ ਦੀਆਂ ਦਰਾੜਾਂ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ। ਉਹਦੇ ਵਿੱਚ ਨਵੇਂ ਲੀਡਰ ਜਿਹੜੇ ਨੇ ਉਹ ਵੀ ਚਾਹੁੰਦੇ ਨੇ ਕਿ ਸਾਨੂੰ ਮੌਕਾ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜਾ ਅਡਵਾਨੀ ਗਰੁੱਪ ਹੈ, ਪਹਿਲਾਂ ਜਿਹੜਾ ਹੈਗਾ ਪੁਰਾਣਾ ਜਿਹੜਾ ਸੀਨੀਅਰ ਹੈ, ਉਹ ਵੀ ਉਹਨਾਂ ਨੂੰ ਵੀ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ ਹੈ, ਸਾਡੀ ਜਿਹੜੀ ਹੈਗੀ ਆ ਸਾਡੇ ਤੋਂ ਖੋਹ ਕੇ ਮੋਦੀ ਔਰ ਮੋਦੀ ਦੀ ਜਿਹੜੀ ਕੋਟੜੀ ਹੈ ਉਹਦੇ ਜਿਹੜੇ ਨੇੜੇ ਤੇੜੇ ਦੇ ਬੰਦੇ ਨੇ ਉਹਨਾਂ ਨੂੰ ਵੱਡੀਆਂ ਪਦਵੀਆਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ। ਸੋ ਕਿਤੇ ਨਾ ਕਿਤੇ ਨਿਰਾਸ਼ਾ ਦਾ ਮਾਹੌਲ ਬੀਜੇਪੀ 'ਚ ਦਿਖਾਈ ਦੇ ਰਿਹਾ ਔਰ ਇਹ ਨਿਰਾਸ਼ਾ ਅੱਗੇ ਕਿੱਧਰ ਨੂੰ ਜਾਏਗੀ, ਇਹਦਾ ਕੀ ਰੁਖ ਹੋਏਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਯਾਨੀ ਕਿ ਆਰਐਸਐਸ ਤੇ ਬੀਜੇਪੀ ਦੇ ਸੀਨੀਅਰ ਲੀਡਰ ਜਿਹੜੇ ਹੈਗੇ ਆ ਕਿ ਕੁਰਸੀ ਮੱਲਣ ਨੂੰ ਫਿਰਦੇ ਨੇ। ਬਿਲਕੁਲ, ਦੇਖੋ ਜਦੋਂ ਤੁਸੀਂ ਸਿਆਸਤ ਦੇ ਵਿੱਚ ਆਉਂਦੇ ਹੋ ਤਾਂ ਉਹਦਾ ਮਤਲਬ ਹੀ ਇਹ ਹੁੰਦਾ ਕਿ ਕੁਰਸੀ ਕਿਵੇਂ ਨਾ ਕਿਵੇਂ ਤੁਹਾਨੂੰ ਮਿਲਣੀ ਚਾਹੀਦੀ ਹੈ। ਸੋ ਇਹ ਜਿਹੜੇ ਵੱਖ-ਵੱਖ ਲੀਡਰ ਨੇ ਜਿਨ੍ਹਾਂ ਨੂੰ ਕੁਰਸੀ ਤੋਂ ਪਰੇ ਕੀਤਾ ਗਿਆ ਔਰ ਜਿਨ੍ਹਾਂ ਦੀ ਮੈਨੂੰ ਲੱਗਦਾ ਕਿ ਅਡਵਾਨੀ ਦੀ ਜੇ ਬੀਜੇਪੀ 'ਚ ਆਪਾਂ ਗੱਲ ਕਰੀਏ ਤਾਂ ਬਹੁਤ ਵੱਡਾ ਇੱਕ ਯੋਗਦਾਨ ਹੈ, ਚਾਹੇ ਉਹ ਰੱਥ ਯਾਤਰਾ ਦੇ ਤੌਰ ਤੇ ਹੋਵੇ, ਚਾਹੇ ਉਹ ਸੰਗਠਨ ਦੇ ਤੌਰ ਤੇ ਹੋਵੇ, ਚਾਹੇ ਉਹ ਸਿਆਸਤ ਦੇ ਤੌਰ ਤੇ ਹੋਵੇ। ਇੱਕ ਵੱਡੇ ਲੀਡਰ ਜਿਹੜੇ ਸੀਗੇ ਅਡਵਾਨੀ ਜੀ ਉੱਭਰ ਕੇ ਸਾਹਮਣੇ ਆਏ ਸੀਗੇ। ਪਰ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਤੋਂ ਮੋਦੀ ਸਾਹਿਬ ਅੱਗੇ ਆਉਂਦੇ ਆ ਔਰ ਅਮਿਤ ਸ਼ਾਹ ਇਹਨਾਂ ਦੇ ਨਾਲ ਸਹਾਇਕ ਬਣਦੇ ਆ ਤਾਂ ਇਹਨਾਂ ਨੂੰ ਖੁੱਡੇ ਲਾਉਣਾ ਔਰ ਇਸ ਪੂਰੇ ਦੇ ਪੂਰੇ ਗਰੁੱਪ ਨੂੰ ਇਗਨੋਰ ਕਰਨਾ ਇਹ ਆਪਾਂ ਦੇਖਿਆ ਸੀ ਕਿ ਲਗਾਤਾਰ ਚੱਲ ਰਿਹਾ ਸੀਗਾ। ਪਰ ਹੁਣ ਉਹਨਾਂ ਨੂੰ ਇੱਕ ਮੌਕਾ ਮਿਲਿਆ ਹੈ। ਹੁਣ ਪਾਰਟੀ ਦੇ ਵਿੱਚ ਆਰਐਸਐਸ ਦੇ ਵਿੱਚ ਵੀ ਦੁਫਾੜ ਹੈ, ਬੀਜੇਪੀ ਦੀ ਉਹਨਾਂ ਦੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹਦੇ ਵਿੱਚ ਵੀ ਬਹੁਤ ਵੱਡਾ ਝਟਕਾ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੁਫਾੜ ਦੇ ਕਾਰਨ ਹੋ ਸਕਦਾ ਹੈ। ਸੋ ਉਸ ਤਾਕ ਵਿੱਚ ਸਾਨੂੰ ਰਾਜਨਾਥ ਸਿੰਘ ਦੇ ਜਿੰਨੇ ਵੀ ਬਿਆਨ ਆ ਰਹੇ ਨੇ ਉਸ ਤਾਕ ਦੇ ਵਿੱਚ ਨੇ ਉਹ ਕਿ ਕਦੋਂ ਇਹਨਾਂ ਦੇ ਵਿੱਚ ਜਿਹੜੀ ਗੜਬੜ ਹੋਵੇ ਤੇ ਕਦੋਂ ਉਹਨਾਂ ਨੂੰ ਮੌਕਾ ਮਿਲੇ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਇੱਥੋਂ ਤੱਕ ਕਿ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਕਿਉਂਕਿ ਅਡਵਾਨੀ ਨੂੰ ਰਾਸ਼ਟਰਪਤੀ ਬਣਨ ਦੇ ਹੱਕਦਾਰ ਨੇ, ਉਹਨਾਂ ਨੂੰ ਬਣਾਇਆ ਜਾਣਾ ਚਾਹੀਦਾ। ਸੋ ਉਹ ਵੀ ਗੱਲਾਂ ਜਿਹੜੀਆਂ ਨੇ ਹੁਣ ਉੱਭਰ ਕੇ ਸਾਹਮਣੇ ਆ ਰਹੀਆਂ ਨੇ। ਸੋ ਇਸ ਕਰਕੇ ਸਾਨੂੰ ਇੱਥੋਂ ਇਹੀ ਸਪਸ਼ਟ ਹੋ ਰਿਹਾ ਕਿ ਚਾਹੇ ਅਲੱਗ-ਅਲੱਗ ਜਿਹੜੇ ਧੜੇ ਨੇ ਵੱਖ-ਵੱਖ ਜਿਹੜੇ ਚਾਹੇ ਐਮਪੀ ਦੇ ਤੌਰ ਤੇ ਹੋਣ ਜਾਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਹੋਣ ਉਹਨਾਂ ਦੇ ਵਿੱਚ ਇੱਕ ਕਿਸਮ ਦੀ ਨਿਰਾਸ਼ਾ ਔਰ ਦੁਫਾੜ ਔਰ ਇੱਕ ਕਿਸਮ ਦਾ ਜੇ ਕਹਿ ਰਹੇ ਹਾਂ ਕਿ ਇੱਕ ਖਾਸ ਧੜੇ ਨੂੰ ਜਿਹੜਾ ਸੀਗਾ ਉਹਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਇਹਨਾਂ ਦਿਨਾਂ ਦੇ ਵਿੱਚ ਹੋ ਰਹੀ ਹੈ। ਤਾਂ ਕੁਰਸੀ ਦੀ ਤੁਸੀਂ ਗੱਲ ਕੀਤੀ, ਕੁਰਸੀ ਦਾ ਰੌਲਾ 2017 ਦੇ ਵਿੱਚ ਵੀ ਪਿਆ, ਹੁਣ 2022 ਵੀ ਆਉਣ ਵਾਲੀ ਹੈ। ਉਸੇ ਕੁਰਸੀ ਨੂੰ ਮੱਲਣ ਦੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੇ ਵੱਖ-ਵੱਖ ਤਰੀਕੇ ਦੇ ਨਾਲ ਲੜਾਈ ਲੜਨੀ ਸ਼ੁਰੂ ਕਰ ਦਿੱਤੀ ਹੈ, ਵੱਖ-ਵੱਖ ਤਰੀਕੇ ਦੇ ਨਾਲ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਜਿਹੜੇ ਪੰਜਾਬ ਆਪ ਦੇ ਸਹਾਇਕ ਇੰਚਾਰਜ ਜਿਹੜੇ ਲਗਾਏ ਗਏ ਆ ਰਾਘਵ ਚੱਡਾ, ਉਹਨਾਂ ਦਾ ਅੱਜ ਬਿਆਨ ਹੈ, ਉਹਨਾਂ ਨੇ ਕੁਝ ਬਿਆਨ ਦਿੱਤਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਹੋ ਜਿਹਾ ਹੋ ਸਕਦਾ ਤੇ ਕੌਣ ਹੋ ਸਕਦਾ ਹੈ, ਆਮ ਆਦਮੀ ਪਾਰਟੀ 2022 ਦੇ ਵਿੱਚ ਕਿਸ ਨੂੰ ਆਪਣੇ ਸੀਐਮ ਦਾ ਚਿਹਰਾ ਬਣਾ ਸਕਦੀ। ਦੇਖੋ ਹੁਣ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਨਗਰ ਪਾਲਿਕਾ ਦੀਆਂ ਚੋਣਾਂ ਸਿਖਰ 'ਤੇ ਨੇ ਔਰ ਚੋਣ ਪ੍ਰਚਾਰ ਮੈਨੂੰ ਲੱਗਦਾ ਹੈ ਅੱਜ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ, ਕਿਉਂਕਿ ਆਮ ਆਦਮੀ ਪਾਰਟੀ ਇਸ ਦੇ ਵਿੱਚ ਬਹੁਤ ਵੱਡੇ ਤੌਰ 'ਤੇ ਹਿੱਸਾ ਲੈ ਰਹੀ ਹੈ ਔਰ ਲਗਭਗ ਕਾਫੀ ਜਿਹੜੇ ਨੇ ਉਹਨਾਂ ਦੇ ਉਮੀਦਵਾਰ ਇਸ ਚੋਣ ਦੇ ਵਿੱਚ ਖੜੇ ਨੇ ਔਰ ਵੱਖ-ਵੱਖ ਲੀਡਰ ਜਿਹੜੇ ਨੇ ਰੋਡ ਸ਼ੋਅ ਵੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ। ਤੁਸੀਂ ਦੇਖੋਗੇ ਕਿ ਜਦੋਂ ਉਹਨਾਂ ਨੂੰ ਪੱਤਰਕਾਰ ਪੁੱਛਦੇ ਨੇ ਰਾਘਵ ਚੱਡਾ ਹੋਰਾਂ ਨੂੰ ਤਾਂ ਉਹਨਾਂ ਦਾ ਇਹ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 22 ਦੀਆਂ ਚੋਣਾਂ ਹੋਣਗੀਆਂ ਤਾਂ ਇੱਕ ਘਾਟ ਜਿਹੜੀ ਮਹਿਸੂਸ ਹੁੰਦੀ ਸੀ ਜਿਹੜੀ ਪਿਛਲੀਆਂ ਚੋਣਾਂ ਦੇ ਵਿੱਚ ਉਹੀ ਸੀਗੀ ਕਿ ਆਮ ਆਦਮੀ ਪਾਰਟੀ ਜਿਹੜੀ ਸੀਗੀ ਉਹਨਾਂ ਦੀ ਵੱਡੀ ਗਲਤੀ ਇਹ ਸੀਗੀ ਕਿ ਇੱਕ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਦੇ ਸਕੀ। ਉਹਦੇ ਕਰਕੇ ਬਹੁਤ ਜਿਹੜੀ ਸੀਗੀ ਉਹਨਾਂ ਨੂੰ ਨੁਕਸਾਨ ਵੀ ਉਠਾਉਣਾ ਪਿਆ। ਸੋ ਇਸ ਕਰਕੇ ਉਸ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਰਾਘਵ ਚੱਡਾ ਜੀ ਜਿਹੜੇ ਗੱਲ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ 22 ਦੇ ਵਿੱਚ ਯਾਨੀ ਕਿ ਇੱਕ ਵਧੀਆ ਚਿਹਰਾ ਪੰਜਾਬੀਆਂ ਦਾ ਜਿਹੜਾ ਵਧੀਆ ਚਿਹਰਾ ਹੋਏਗਾ ਔਰ ਪੰਜਾਬੀਆਂ ਦੇ ਵਿੱਚੋਂ ਹੋਏਗਾ, ਪੰਜਾਬ ਦੇ ਵਿੱਚੋਂ ਹੋਏਗਾ ਔਰ ਲੋਕਾਂ ਦੀ ਪਸੰਦ ਹੋਏਗਾ, ਲੋਕ ਉਹਨਾਂ ਨੂੰ ਪਸੰਦ ਕਰਨਗੇ, ਲੋਕਾਂ ਦੇ ਵਿੱਚੋਂ ਹੋਏਗਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਉਹਨਾਂ ਨੇ ਇਹ ਕਿਹਾ ਹੈ
ਤਾਂ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਉਹਨਾਂ ਦੇ ਮਨ ਦੇ ਵਿੱਚ ਚਿਹਰਾ ਜਾਂ ਪਾਰਟੀ ਦੇ ਜੋ ਚਾਹੁੰਦੀ ਹੈ ਜਿਸ ਕਿਸਮ ਦਾ ਚਿਹਰਾ ਅੱਗੇ ਆਉਣਾ ਚਾਹੀਦਾ ਤਾਂ ਉਹ ਜ਼ਰੂਰ ਚਿਹਰਾ ਦੇਣਗੇ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਗੱਲਬਾਤ ਕਰਨ ਲਈ ਧੰਨਵਾਦ ਜੀ, ਬਹੁਤ ਸ਼ੁਕਰੀਆ। ਮੈਂ ਆਖਰ ਦੇ ਵਿੱਚ ਆਪਣੀ ਗੱਲ ਇਹੀ ਕਹਿ ਕੇ ਖ਼ਤਮ ਕਰਾਂਗਾ, ਕਿਉਂਕਿ ਹੁਣ ਜਿਵੇਂ ਕੱਲ ਤੁਸੀਂ ਗੱਲ ਕੀਤੀ ਹੈ ਕਿ ਜਗਰਾਵਾਂ ਦੇ ਵਿੱਚ ਬਹੁਤ ਵੱਡੀ ਮਹਾਪੰਚਾਇਤ ਹੋਈ ਹੈ ਔਰ ਉਸ ਮਹਾਪੰਚਾਇਤ ਨੇ ਸਿੱਧ ਕੀਤਾ ਕਿ ਪੰਜਾਬ ਦੇ ਲੋਕ, ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ, ਔਰਤਾਂ, ਮਾਤਾਵਾਂ, ਭੈਣਾਂ ਤੱਕ, ਅਸੀਂ ਸਾਰੇ ਉਸ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਾਂ। ਪਰ ਇਸ ਵੇਲੇ ਲੋੜ ਹੈ ਕਿ ਆਪਾਂ ਘਰਾਂ 'ਚੋਂ ਬਾਹਰ ਨਿਕਲੀਏ ਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਅਸੀਂ ਪਹੁੰਚੀਏ ਤਾਂ ਕਿ ਇਸ ਸੰਘਰਸ਼ ਨੂੰ ਵੱਡਾ ਹੁਲਾਰਾ ਮਿਲ ਸਕੇ, ਕਿਉਂਕਿ ਹੁਣ ਬਹੁਤ ਪੀਕ ਤੇ ਅੰਦੋਲਨ ਚੱਲ ਰਿਹਾ। ਸੋ ਇਸ ਕਰਕੇ ਪੰਜਾਬੀਆਂ ਦੀ ਹੋਰ ਸ਼ਿਰਕਤ ਦੀ ਲੋੜ ਹੈ, ਹੋਰ ਤਨਦੇਹੀ ਦੇ ਨਾਲ, ਤਨ ਮਨ ਧਨ ਦੇ ਨਾਲ ਅਸੀਂ ਇਸ ਮੋਰਚੇ 'ਚ ਸ਼ਾਮਲ ਹੋਈਏ। ਮਿਹਰਬਾਨੀ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਹੁਣ ਤੱਕ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ 'ਤੇ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਸਿੰਘ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਥ TV, ਪਟਿਆਲਾ।